ਹੈਲਪਲੈਸ ਫੋਰਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਹੈਲਦੀ ਲਾਈਫ ਪ੍ਰੋਡਕਟ ਸੈਂਟਰ, ਜੋ ਕਿ 339 ਬਾਬਾ ਸ਼੍ਰੀ ਚੰਦ ਇਨਕਲੇਵ ਆਪੋਜ਼ਿਟ ਗਰੇਵਾਲ ਫਾਰਮ, ਮਜੀਠਾ ਰੋਡ ਬਾਈਪਾਸ, ਅੰਮ੍ਰਿਤਸਰ ਵਿਖੇ ਸਥਿਤ ਹੈ। ਡਾਕਟਰ ਹਰਨੇਕ ਸਿੰਘ ਜੀ ਜੋ ਕਿ ਹੈਲਥ ਐਡਵਾਈਜ਼ਰ ਨੇ ਅਤੇ ਮਰੀਜ਼ਾਂ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਦੂਰੋਂ ਦੂਰੋਂ ਮਰੀਜ਼ ਇੱਥੇ ਪਹੁੰਚਦੇ ਹਨ ਤੇ ਡਾਕਟਰ ਹਰਨੇਕ ਸਿੰਘ ਜੀ ਕੋਲੋਂ ਕਾਉਂਸਲਿੰਗ ਲੈਂਦੇ ਨੇ। ਸਾਡੀ ਟੀਮ ਨੇ ਡਾਕਟਰ ਹਰਨੇਕ ਸਿੰਘ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਅਗਰ ਲੋਕ ਆਪਣੇ ਖਾਣੇ ਦੇ ਵਿੱਚ ਮਿਰਚ ਐਡ ਕਰਨ ਤਾਂ ਉਹ ਕ੍ਰੋਨਿਕ ਤੋਂ ਕ੍ਰੋਨਿਕ ਬਿਮਾਰੀ ਤੋਂ ਵੀ ਬਚ ਸਕਦੇ ਨੇ। ਚਾਹੇ ਉਹ ਸ਼ੂਗਰ ਦੀ ਗੱਲ ਹੋਵੇ, ਚਾਹੇ ਉਹ ਬਲੱਡ ਪ੍ਰੈਸ਼ਰ ਦੀ ਗੱਲ ਹੋਵੇ, ਚਾਹੇ ਉਹ ਡਿਪਰੈਸ਼ਨ ਦੀ ਗੱਲ ਹੋਵੇ, ਚਾਹੇ ਉਹ ਸੈਕਸ ਪ੍ਰੋਬਲਮ ਦੀ ਗੱਲ ਹੋਵੇ, ਤਾਂ ਕ੍ਰੋਨਿਕ ਤੋਂ ਕ੍ਰੋਨਿਕ ਬਿਮਾਰੀ ਨਾਲ ਵੀ ਮਿਰਚ ਐਡ ਕਰਨ ਨਾਲ ਬਚਿਆ ਜਾ ਸਕਦਾ ਹੈ। ਆਓ ਕਰਦੇ ਹਾਂ ਗੱਲਬਾਤ ਡਾਕਟਰ ਹਰਨੇਕ ਸਿੰਘ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇੱਕ ਵਾਰ ਫਿਰ ਉਸ ਬ੍ਰਾਂਡ ਕੋਲੇ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਇੱਕ ਐਸੀ ਪੈਥੀ, ਐਸੇ ਮਿਲਟਸ ਦੇ ਨਾਲ ਜੋੜ ਕੇ ਜ਼ਿੰਦਗੀ ਬਦਲ ਰਿਹਾ। ਸਾਡੀ ਮੁਰਾਦ ਹੈ ਡਾਕਟਰ ਹਰਨੇਕ ਸਿੰਘ ਜੀ ਦੇ, ਜਿਹੜੇ ਕਿ ਮਿਲਟਸ ਕਿੰਗ ਨੇ, ਔਰ ਜਿਨ੍ਹਾਂ ਨੂੰ ਜਦੋਂ ਇਹਨਾਂ ਨੇ ਸੈਂਟ ਸੋਲਜਰ ਲਾਈਟ ਸਕੂਲ ਦੇ ਵਿੱਚ ਚਵੰਡਾ ਦੇਵੀ ਵਿਖੇ ਆਪਣਾ ਸੈਮੀਨਾਰ ਕੀਤਾ, ਜਿੱਥੇ 25 ਸਕੂਲਾਂ ਦੇ ਬੱਚੇ ਜਿਹੜੇ ਆਪਦੇ ਮਿਲਟਸ ਦੀਆਂ ਚੀਜ਼ਾਂ ਬਣਾ ਕੇ ਲੈ ਕੇ ਆਏ ਸੀਗੇ, ਤਾਂ ਬੜੇ ਲੋਕਾਂ ਨੇ ਐਪਰੀਸ਼ੀਏਟ ਕੀਤਾ। ਔਰ ਸਕੂਲ ਵਾਲਿਆਂ ਨੇ ਇਹਨਾਂ ਨੂੰ ਇਹ ਕਹਿਤਾ ਕਿ ਇਹ ਸਕੂਲ ਦੇ ਵਿੱਚ ਤੁਸੀਂ ਸਾਡੇ ਬ੍ਰਾਂਡ ਅੰਬੈਸਡਰ ਹੋ, ਔਰ ਕਦੋਂ ਮਰਜੀ ਸੈਂਟ ਸੋਲਜਰ ਲਾਈਟ ਸਕੂਲ ਚਵੰਡਾ ਵਿਖੇ ਤੁਸੀਂ ਆ ਕੇ ਆਪਣਾ ਲੈਕਚਰ ਕਰੋ, ਲੋਕਾਂ ਨੂੰ ਮਿਲਟਸ ਦੇ ਨਾਲ ਜੋੜੋ, ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿਓ। ਔਰ ਡਾਕਟਰ ਸਾਹਿਬ ਨਾਲ ਅਸੀਂ ਗੱਲ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਹਾਂਜੀ, ਧੰਨਵਾਦ ਜੀ। ਹਾਂਜੀ, ਸਮੂਹ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਅਤੇ ਮੈਂ ਮਿਲਟਸ ਕਿੰਗ ਨਹੀਂ ਹੈਗਾ ਜੀ, ਮਿਲਟਸ ਮੈਨ ਆਫ ਇੰਡੀਆ ਡਾਕਟਰ ਖਾਦਰਵਲੀ ਨੇ। ਅਤੇ ਮੈਨੂੰ KVM ਜਿਹੜੀ ਖੇਤੀ ਵਿਰਾਸਤ ਮਿਸ਼ਨ ਆ, ਉਹਦੀ ਟੈਕਨੀਕਲ ਸਪੋਰਟ ਬਹੁਤ ਹੈਗੀ ਆ, ਅਤੇ ਮੈਂ ਬਿਲਕੁਲ ਇਸ 'ਤੇ ਕੰਮ ਕਰਦਾ ਵਾਂ। ਮੈਨੂੰ KVM ਨੇ ਇੱਥੇ ਚੇਅਰਮੈਨ ਔਨ ਮਿਲਟਸ ਦੇ ਚੇਅਰਮੈਨ ਬਣਾਇਆ ਹੋਇਆ, ਅਤੇ ਮੈਂ ਕਿੰਗ ਨਹੀਂ ਹੈਗਾ ਜੀ। ਬਾਕੀ ਇਹ ਹੈਗਾ ਕਿ ਮੈਂ ਇਸ 'ਤੇ ਇਵੇਂ ਹੀ ਅਕਾਲ ਪੁਰਖ ਕਿਰਪਾ ਬਖਸ਼ੇ ਮੈਂ ਕੰਮ ਕਰਦਾ ਰਹਾਂਗਾ ਮਿਲਟਸ 'ਤੇ। ਇਹਨਾਂ ਦੇ ਨਾਲ ਹੀ ਹਰੇਕ ਵਿਅਕਤੀ ਜਿਹੜਾ ਵਾ ਉਹਦੀ ਕੋਈ ਵੀ ਹੈਲਥ ਇਸ਼ੂ ਹੁੰਦਾ ਵਾ ਉਹ ਰਿਵਰਸ ਹੋ ਜਾਂਦਾ ਹੈ ਜੀ। ਸਰ, ਜਿਸ ਤਰੀਕੇ ਨਾਲ ਇਨਫੋਰਮੇਟਿਵ ਉਸ ਦਿਨ ਦਾ ਸੈਮੀਨਾਰ ਰਿਹਾ, ਔਰ STM ਮੈਡਮ ਨੇ ਜਿੱਦਾਂ ਐਪਰੀਸ਼ੀਏਟ ਕੀਤਾ, ਔਰ ਇੰਨੇ ਸਕੂਲਾਂ ਦੇ ਬੱਚੇ ਆਏ, ਔਰ ਸੈਂਟ ਸੋਲਜਰ ਵਾਲਿਆਂ ਨੇ ਖਾਸ ਕਰਕੇ ਜਿਨ੍ਹਾਂ ਨੇ ਇੱਕ ਤੁਹਾਨੂੰ ਆਪਣਾ ਬ੍ਰਾਂਡ ਅੰਬੈਸਡਰ ਦਾ ਉਹਨਾਂ ਨੇ ਖਿਤਾਬ ਦਿੱਤਾ ਕਿ ਤੁਸੀਂ ਜਦੋਂ ਮਰਜ਼ੀ ਸਾਡੇ ਸਕੂਲ ਦੇ ਵਿੱਚ ਆ ਕੇ ਸਾਡੇ ਬੱਚਿਆਂ ਨੂੰ ਗਾਈਡ ਕਰੋ, ਔਰ ਅਸੀਂ ਮਿਲਟਸ ਦੇ ਨਾਲ ਜੁੜਾਂਗੇ। ਕੀ ਕਹਿਣਾ ਚਾਹੋਗੇ ਕਿ ਮਿਲਟਸ ਜਿਹੜੇ ਕਿ ਅੱਜ ਦੀ ਇੱਕ ਨੈਸੈਸਿਟੀ ਬਣ ਚੁੱਕੀ ਹੈ, ਔਰ ਹਿੰਦੁਸਤਾਨ ਸਰਕਾਰ ਆ ਜਿਹੜੀ ਉਹ ਵੀ ਇਹ ਸੋਚ ਰਹੀ ਹੈ ਅਸੀਂ ਸਕੂਲਾਂ ਦੇ ਵਿੱਚ ਇੱਕ ਜਿਹੜਾ ਭੋਜਨ ਆ ਹਫ਼ਤੇ ਦੇ ਵਿੱਚ ਜ਼ਰੂਰ ਮਿਲਟਸ ਦਾ ਹੀ ਦਈਏ। ਹਾਂਜੀ, ਬਿਲਕੁਲ। ਇਹ ਜਿਹੜਾ ਸੈਂਟ ਸੋਲਜਰ ਅਲਾਈਟ ਹੈਗਾ ਕਨਵੈਂਟ ਸਕੂਲ ਹੈਗਾ, ਉਹਨਾਂ ਨੇ ਬਹੁਤ ਮਿਲਟਸ ਨੂੰ ਜਿਹੜਾ ਵਾ ਪ੍ਰਮੋਸ਼ਨ ਦਿੱਤੀ ਹੈ। ਬਹੁਤ ਵਧੀਆ ਉਹਨਾਂ ਦਾ ਇਹ ਉਪਰਾਲਾ ਹੈਗਾ ਵਾ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਇਸ ਤਰ੍ਹਾਂ ਦਾ ਇਹ ਜਿਹੜਾ ਸਿਸਟਮ ਕ੍ਰੀਏਟ ਕੀਤਾ ਵਾ, ਅਤੇ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਮਹਿਸੂਸ ਹੋਵੇ ਮੈਂ ਉੱਥੇ ਜਾਵਾਂਗਾ ਜੀ, ਅਤੇ ਇਹਦੀ ਅਵੇਅਰਨੈਸ ਦੇ ਕੇ ਆਵਾਂਗਾ। ਬਾਕੀ ਤੁਸੀਂ ਗੱਲ ਕੀਤੀ ਹੈ ਕਿ ਮਿਲਟਸ ਹੁਣ ਸਾਡੇ ਜਿਹੜੀ ਇੰਡੀਅਨ ਗੌਰਮੈਂਟ ਆ ਉਹ ਵੀ ਕਾਫੀ ਹੈ। ਇਹ UNO ਦੇ ਵਿੱਚ ਵੀ 2023 ਜਿਹੜਾ ਹੈਗਾ ਉਹ ਮਿਲਟਸ ਈਅਰ ਕਰਕੇ ਹੀ ਮਨਾਇਆ ਜਾ ਰਿਹਾ ਹੈਗਾ। ਐਂਡ ਜਿਹੜੀ ਇੰਡੀਅਨ ਗੌਰਮੈਂਟ ਹੈਗੀ ਆ, ਮੋਦੀ ਸਰਕਾਰ, ਉਹਨਾਂ ਨੇ ਵੀ ਇਹਨੂੰ ਬਹੁਤ ਵਧੀਆ ਢੰਗ ਨਾਲ ਪ੍ਰਮੋਟ ਕਰ ਰਹੇ ਹੈਗੇ ਆ। ਅੱਜ ਕੱਲ੍ਹ ਤਾਂ ਸਕੂਲਸ ਦੇ ਵਿੱਚ ਵੀ ਮਿਡ ਡੇ ਮੀਲ ਜਿਹੜਾ ਵਾ ਉਹ ਮਿਲਟਸ ਦਾ ਹੋ ਰਿਹਾ, ਐਂਡ ਬਹੁਤ ਸਕੂਲਾਂ ਦੇ ਵਿੱਚ ਇਹਦੇ 'ਤੇ ਡਿਫਰੈਂਟ ਲੈਕਚਰਸ ਹੋ ਰਹੇ ਨੇ, ਅਵੇਅਰਨੈਸ ਮਿਲਟਸ ਦੀ ਦਿੱਤੀ ਜਾ ਰਹੀ ਹੈ। ਆਰਮੀ ਆਫਿਸਰ, IDBP ਵਾਲੇ ਵੀ ਕਾਫੀ ਜਿਹੜਾ ਵਾ ਉਹ ਆਪਣੇ ਭੋਜਨ ਦੇ ਵਿੱਚ ਮਿਲਟਸ ਨੂੰ ਸ਼ਾਮਲ ਕਰ ਰਹੇ ਹੈਗੇ ਆ। ਡਿਸਿਪਲਿਨ ਫੋਰਸਿਸ ਦੇ ਵਿੱਚ ਇਹ ਕਾਫੀ ਦੇਖਿਆ ਗਿਆ ਕਿ ਉਹ ਇਹ ਮਿਲਟਸ ਦੇ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰ ਰਹੇ ਆ। ਮੈਨੂੰ ਬਹੁਤ ਫੋਨ ਆਉਂਦੇ ਨੇ, ਅਤੇ ਉਹਨਾਂ ਨੂੰ ਅਸੀਂ ਬਿਲਕੁਲ ਜਿਹੜੀ ਇਹਦੀ ਜਾਣਕਾਰੀ ਹੁੰਦੀ ਆ ਉਹ ਸਾਂਝੀ ਕਰਦੇ ਹਾਂ ਅਤੇ ਦੱਸਦੇ ਹਾਂ ਜੀ। ਦੱਸੋ, ਹਰ ਚੌਥਾ ਪੰਜਵਾਂ ਬੰਦਾ ਸ਼ੂਗਰ ਦਾ ਗ੍ਰਸਤ ਹੋ ਰਿਹਾ, ਔਰ ਸ਼ੂਗਰ ਜਿਹੜੀ ਉਹ ਇੱਕ ਬੜਾ ਭਿਅੰਕਰ ਰੂਪ ਧਾਰਨ ਕਰ ਰਹੀ ਹੈ, ਔਰ ਲੋਕਾਂ ਨੂੰ ਜਿਸ ਤਰੀਕੇ ਨਾਲ ਟੈਨਸ਼ਨ, ਲੋਕਾਂ ਨੂੰ ਸ਼ੂਗਰ ਦੇ ਨਾਲ ਜਿਹੜੀਆਂ ਕੱਲੀ ਸ਼ੂਗਰ ਕੱਲੀ ਨਹੀਂ ਆਉਂਦੀ, ਉਹ ਆਪਦੇ ਨਾਲ ਜਿਵੇਂ ਆਪਾਂ ਕਹਿ ਦਈਏ ਮੌਤ ਲੈ ਕੇ ਆਉਂਦੀ ਆ। ਸ਼ੂਗਰ ਦੇ ਨਾਲ BP, ਸ਼ੂਗਰ ਦੇ ਨਾਲ ਆਪਣਾ ਕਿਡਨੀਆਂ ਦੇ ਇਫੈਕਟ, ਸ਼ੂਗਰ ਦੇ ਨਾਲ ਪੈਰਾਂ 'ਤੇ ਇਫੈਕਟ, ਸ਼ੂਗਰ ਦੇ ਨਾਲ ਅੱਖਾਂ 'ਤੇ ਇਫੈਕਟ। ਸ਼ੂਗਰ ਇੱਕ ਇਕੱਲੀ ਨਹੀਂ ਆਉਂਦੀ ਗੀ, ਉਹ ਆਪਦੇ ਨਾਲ ਬਹੁਤ ਚੀਜ਼ਾਂ, ਫੈਟੀ ਲੀਵਰ, ਹੋਰ ਚੀਜ਼ਾਂ ਵੀ ਨਾਲ ਲੈ ਕੇ ਆਉਂਦੀ ਆ। ਕੀ ਕਹਿਣਾ ਚਾਹੋਗੇ ਕਿ ਸ਼ੂਗਰ ਆ ਜਿਹੜੀ ਉਹਦਾ ਤਾਂ ਇੱਕੋ ਇਲਾਜ ਹੈ ਕਿ ਗਲੂਟਨ ਫਰੀ ਚੀਜ਼ਾਂ,
ਔਰ ਡਾਕਟਰ ਹਰਨੇਕ ਸਿੰਘ ਨੂੰ ਤੁਸੀਂ ਆ ਕੇ ਮਿਲੋ ਤੇ ਆਪਣੀ ਸ਼ੂਗਰ ਤੋਂ ਨਿਜਾਤ ਪਾਓ। ਹਾਂਜੀ, ਜਿਹੜੇ ਤੁਸੀਂ ਗੱਲ ਕਰ ਰਹੇ ਹੋ ਡਾਇਬਟੀਜ਼ 2 ਦੀ, ਇਹਦੀ ਜਿਹੜਾ ਇਹਦਾ ਮੁੱਖ ਕਾਰਨ ਆ ਭੋਜਨ ਅਤੇ ਸਟ੍ਰੈਸ ਹਾਰਮੋਨਸ ਨੇ। ਮਤਲਬ ਕਿ ਇਹਦੇ ਨਾਲ ਜਿਹੜਾ ਭੋਜਨ ਹੈਗਾ ਵਾ ਉਹਦੇ ਵਿੱਚ ਕਾਰਬੋਹਾਈਡਰੇਟਸ ਕਾਰਬਸ ਇੰਨੇ ਜ਼ਿਆਦਾ ਹੁੰਦੇ ਨੇ ਕਿ ਬੋਡੀ ਉਹਨੂੰ ਜਿਹੜਾ ਵਾ ਇੰਨਾ ਮਿੱਠਾ ਜਿਹੜਾ ਵਾ ਉਹ ਸਹਿਣ ਨਹੀਂ ਕਰ ਪਾਉਂਦੀ, ਅਤੇ ਸਾਡੇ ਜਿਹੜਾ ਸਾਡਾ ਬੋਡੀ ਦਾ ਸਾਡੇ ਸੈਲਸ ਦਾ ਜਿਹੜਾ ਫਿਊਲ ਆ ਉਹ ਗਲੂਕੋਜ਼ ਆ, ਅਤੇ ਗਲੂਕੋਜ਼ ਇੰਨੀ ਮਾਤਰਾ 'ਚ ਹੁੰਦਾ ਬੋਡੀ 'ਚ, ਇਨਸੂਲਿਨ ਇੰਨੀ ਮਾਤਰਾ 'ਚ ਆ ਜਾਂਦੀ ਹੈ ਜਿਹੜੀ ਪੈਨਕ੍ਰੀਅਸ ਗਲੈਂਡ ਛੱਡਦਾ। ਜਿਹੜਾ ਇਨਸੂਲਿਨ ਆ ਇਹ ਚਾਬੀ ਦਾ ਕੰਮ ਕਰਦਾ ਹੈ, ਅਤੇ ਗਲੂਕੋਜ਼ ਨੂੰ ਸੈਲਸ ਦੇ ਵਿੱਚ ਹਰ ਸੈੱਲ ਦੇ 2 ਡੋਰਸ ਹੁੰਦੇ ਨੇ, ਅਤੇ ਉਹਨੇ ਗਲੂਕੋਜ਼ ਨੂੰ ਡੋਰਸ ਦੇ ਵਿੱਚ ਐਂਟਰ ਕਰਵਾਉਣਾ ਹੁੰਦਾ, ਪ੍ਰਵੇਸ਼ ਕਰਵਾਉਣਾ ਹੁੰਦਾ। ਇੱਕ ਚਾਬੀ ਦਾ ਕੰਮ ਕਰਦਾ, ਡੋਰਸ ਨੂੰ ਖੋਲ੍ਹਦਾ ਹੈ। ਪਰ ਇਹਦੇ ਵਿੱਚ ਵਿਗਿਆਨ ਇਹ ਕਹਿੰਦਾ ਕਿ ਜਾਂ ਤਾਂ ਸੈਲਸ ਨੂੰ ਮਾਈਕਰੋ ਨਿਊਟਰੀਐਂਟਸ ਦੀ ਡੈਫੀਸ਼ੀਐਂਸੀ ਆ ਜਾਂਦੀ ਆ, ਜਾਂ ਇਹ ਇੰਨਾ ਮਿੱਠਾ ਹੁੰਦਾ ਉਹਦੇ ਕਾਰਨ ਗਲੂਕੋਜ਼ ਇੰਨਾ ਜ਼ਿਆਦਾ ਹੁੰਦਾ ਉਹ ਆਪਣਾ ਡੋਰ ਨਹੀਂ ਖੋਲ੍ਹਦੇ। ਜਿਹੜਾ ਇਨਸੂਲਿਨ ਦਾ ਜਿਹੜਾ ਕੀ ਦਾ ਕੰਮ ਕਰਦਾ ਉਹ ਵੀ ਡੋਰ ਨਹੀਂ ਉਹਦੇ ਕੋਲ ਖੁੱਲ੍ਹਦਾ। ਦੈਨ ਉਹਦੇ ਤੋਂ ਬਾਅਦ ਫਿਰ ਇੱਕ ਬੋਡੀ ਨੂੰ ਫੀਡਬੈਕ ਜਾਂਦੀ ਆ ਕਿ ਸਾਡੇ ਸੈਲਸ ਦੇ ਕੋਲ ਤਾਂ ਐਨਰਜੀ ਨਹੀਂ ਹੈਗੀ। ਦੈਨ ਅਗੇਨ ਉਹ ਫਿਰ ਪੈਨਕ੍ਰੀਅਸ ਗਲੈਂਡ ਨੂੰ ਹੋਰ ਇਨਸੂਲਿਨ ਬਲੱਡ ਦੇ ਵਿੱਚ ਭੇਜਣ ਵਾਸਤੇ ਕਹਿੰਦਾ। ਇਨਸੂਲਿਨ ਬਲੱਡ ਦੇ ਵਿੱਚ ਹੋਰ ਆ ਜਾਂਦਾ, ਗਲੂਕੋਜ਼ ਹੋਰ ਆ ਜਾਂਦਾ। ਇਸ ਤਰ੍ਹਾਂ ਇਨਸੂਲਿਨ ਵੀ ਵੱਧ ਜਾਂਦਾ ਬਲੱਡ ਦੇ ਵਿੱਚ ਅਤੇ ਗਲੂਕੋਜ਼ ਵੀ ਵੱਧ ਜਾਂਦਾ। ਉਸ ਤੋਂ ਬਾਅਦ ਸਾਨੂੰ ਇਨਸੂਲਿਨ ਰੈਜ਼ਿਸਟੈਂਸ ਆ ਜਾਂਦੀ ਹੈ। ਇਨਸੂਲਿਨ ਰੈਜ਼ਿਸਟੈਂਸ ਤੋਂ ਭਾਵ ਹੈ ਕਿ ਉਹਦੇ ਤੋਂ ਅਸੀਂ ਡਾਇਬਟੀਜ਼ 2 ਹੋ ਜਾਂਦੇ ਹਨ ਜਾਂ ਡਾਇਬਟਿਕ 2 ਦੇ ਵਿੱਚ ਆ ਜਾਂਦੇ ਹਾਂ। ਉਹਦੇ ਕਾਰਨ ਹੋਰ ਵੀ ਜਿਹੜੀਆਂ ਸੈਕੰਡਰੀ ਡਿਜ਼ੀਜ਼ ਨੇ, ਉਸ ਤੋਂ ਬਾਅਦ ਜਿਹੜਾ ਇਹਨਾਂ ਗਲੂਕੋਜ਼ ਹੁੰਦਾ ਉਹਦੇ ਤੋਂ ਬੋਡੀ ਕੋਲੈਸਟਰੋਲ ਗ੍ਰਾਫ ਵਧਾ ਦਿੰਦੀ ਹੈ, ਲਿਵਰ ਫੈਟੀ ਕਰ ਦਿੰਦੀ ਆ, ਟਰਾਈਗਲਾਈਸਰਾਈਡਸ ਜਿਹੜੇ ਆ ਉਹ ਵੱਧ ਜਾਂਦੇ ਨੇ। ਇਹ ਕੰਪਲਿਕੇਸ਼ਨ ਜਿਹੜੀ ਆ ਫੂਡ ਦੇ ਕਾਰਨ ਆਉਂਦੀ ਹੈ। ਦੂਸਰਾ ਕਾਰਨ ਸਟ੍ਰੈਸ ਹਾਰਮੋਨ ਦਾ ਵਾ। ਇੱਕ ਕੋਰਟੀਸੋਲ ਹਾਰਮੋਨ ਆ ਜਿਹਨੂੰ ਫਾਈਟ ਔਰ ਫਲਾਈਟ ਹਾਰਮੋਨ ਵੀ ਕਹਿੰਦੇ ਆ। ਜਿਵੇਂ ਉਹ ਸਾਨੂੰ ਬੋਡੀ ਦੇ ਵਿੱਚ ਉਹ ਹਾਰਮੋਨ ਉਦੋਂ ਰਿਲੀਜ਼ ਹੁੰਦਾ ਜਦੋਂ ਅਸੀਂ ਕਿਸੇ ਮੁਸੀਬਤ ਦੇ ਵਿੱਚ ਹੋਈਏ। ਜਿਵੇਂ ਅਸੀਂ ਜੰਗਲ ਦੇ ਵਿੱਚ ਚਲੇ ਗਏ ਹਾਂ, ਉੱਥੇ ਕੋਈ ਸਾਹਮਣੇ ਕੋਈ ਜਾਨਵਰ ਜਿਵੇਂ ਸ਼ੇਰ ਆ ਗਿਆ ਜਾਂ ਕੋਈ ਅਦਰ ਇਸ ਤਰ੍ਹਾਂ ਦਾ ਜਾਨਵਰ ਆ ਗਿਆ ਜਿਸ ਤੋਂ ਸਾਨੂੰ ਆਪਣੀ ਜਾਨ ਨੂੰ ਖਤਰਾ ਹੈਗਾ। ਦੈਨ ਬੋਡੀ ਸਾਡੀ ਜਿਹੜੀ ਆ ਉਸ ਸਮੇਂ ਕੋਰਟੀਸੋਲ ਹਾਰਮੋਨ ਰਿਲੀਜ਼ ਕਰਦੀ ਹੈ। ਕੋਰਟੀਸੋਲ ਹਾਰਮੋਨ ਰਿਲੀਜ਼ ਹੋਣ ਨਾਲ ਕੀ ਹੁੰਦਾ ਕਿ ਸਾਡੀ ਹਾਰਟ ਬੀਟ ਵੱਧ ਜਾਂਦੀ ਹੈ, ਸਾਡੇ ਬਲੱਡ ਦੇ ਵਿੱਚ ਗਲੂਕੋਜ਼ ਵੱਧ ਜਾਂਦਾ। ਗਲੂਕੋਜ਼ ਤਾਂ ਵੱਧਦਾ ਬੋਡੀ ਨੂੰ એનર્ਜੀ ਮਿਲ ਸਕੇ ਅਤੇ ਉਹ ਦੌੜ ਸਕੇ ਜਾਂ ਲੜ ਸਕੇ। ਫਾਈਟ ਔਰ ਫਲਾਈਟ ਹਾਰਮੋਨ ਉਹਨੂੰ ਕਹਿੰਦੇ ਆ। ਫਾਈਟ ਮੈਨੇ ਲੜਨਾ ਅਤੇ ਫਲਾਈਟ ਜਾਂ ਦੌੜ ਜਾਣਾ। ਅਤੇ ਉਹ ਹਾਰਮੋਨ ਜਦੋਂ ਇਵੇਂ ਬੋਡੀ ਵਧਾ ਦਿੰਦੀ ਆ ਸਾਡੇ ਵਾਸਤੇ, ਉਹ ਇੱਕ ਹੁੰਦਾ ਸ਼ਾਰਟ ਟਰਮ 'ਤੇ ਹਾਰਮੋਨ ਉਹ ਕੁਝ ਨਹੀਂ ਕਹਿੰਦਾ, ਪਰ ਲੌਂਗ ਟਰਮ ਜਦੋਂ ਵੱਧਦਾ ਹੈ ਤਾਂ ਸਾਨੂੰ ਅਨੇਕਾਂ ਬਿਮਾਰੀਆਂ ਦੇ ਜਾਂਦਾ। ਉਹ ਬਿਮਾਰੀਆਂ ਇਹ ਨਹੀਂ ਕਿ ਜਦੋਂ ਬੋਡੀ ਦੇ ਬਲੱਡ ਦੇ ਵਿੱਚ ਗਲੂਕੋਜ਼ ਰਿਲੀਜ਼ ਹੁੰਦਾ, ਹਾਰਟ ਬੀਟ ਵੱਧਦੀ ਹੈ, ਉਸ ਤੋਂ ਬਾਅਦ ਸਾਡਾ ਹੋਰ ਵੀ ਅਦਰ ਜਿਹੜੀਆਂ ਉਤੋਂ ਆਉਂਦੀਆਂ ਨੇ ਕੰਪਲਿਕੇਸ਼ਨਸ, ਉਹ ਕੋਲੈਸਟਰੋਲ ਗ੍ਰਾਫ ਵੱਧ ਜਾਂਦਾ, ਲਿਵਰ ਫੈਟੀ ਹੋ ਜਾਂਦਾ ਵਾ, ਜਿਹੜਾ ਸਾਡਾ ਬਰੀਥ ਸਿਸਟਮ ਆ ਉਹ ਵੀ ਹਾਈ ਹੋ ਜਾਂਦਾ, ਉਹ ਵੀ ਵੱਧ ਜਾਂਦਾ ਵਾ, ਤਾਂ ਕਿ ਬੋਡੀ ਦੇ ਵਿੱਚ ਬਲੱਡ ਪ੍ਰੈਸ਼ਰ ਉਹਦੇ ਨਾਲ ਵੱਧਦਾ ਹੈ ਤਾਂ ਕਿ ਇਹ ਵਿਅਕਤੀ ਲੜ ਸਕੇ ਜਾਂ ਉਹ ਇਹ ਦੌੜ ਸਕੇ। ਪਰ ਉਹ ਜੇ ਲੌਂਗ ਟਰਮ ਵੱਧਦਾ ਹੈ ਅਤੇ ਉਹਦੇ ਨਾਲ ਫਿਰ ਬੋਡੀ ਨੂੰ ਮੈਨੇਜ ਕਰਨਾ ਔਖਾ ਹੋ ਜਾਂਦਾ। ਬੋਡੀ ਉਸੇ ਨੂੰ ਮੈਨੇਜ ਕਰਦੀ ਰਹਿੰਦੀ, ਆਪਣੀ ਇਮਿਊਨਿਟੀ ਵੱਲ ਉਹ ਕੰਮ ਹੀ ਨਹੀਂ ਕਰਦੀ। ਇਮਿਊਨਿਟੀ ਨੂੰ ਉਹ ਦੇਖਦੀ ਨਹੀਂ ਹੈਗੀ ਅਤੇ ਉਹਨੂੰ ਮੈਨੇਜ ਕਰਦੀ। ਉਹਨੂੰ ਮੈਨੇਜ ਕਰਦਿਆਂ ਉਹਨੂੰ ਇੱਕ ਵਾਰ ਅਸੀਂ ਲੌਂਗ ਟਰਮ ਵੱਧ ਜਾਵੇ ਅਤੇ ਇੱਕ ਦਿਨ ਦੇ ਵਿੱਚ 7 ਡੇਜ਼ ਲੱਗ ਜਾਂਦੇ ਨੇ ਉਹਨੂੰ ਮੈਨੇਜ ਕਰਦਿਆਂ। ਮੈਨੇਜ ਉਹਨੇ ਕਿਵੇਂ ਉਹਦੇ ਕੋਲੈਸਟਰੋਲ ਗ੍ਰਾਫ ਵਧਾ ਦੇਗੀ ਉਹਨੂੰ, ਇਸ ਤਰ੍ਹਾਂ ਉਹਦਾ ਲਿਵਰ ਜਿਹੜਾ ਵਾ ਉਹ ਫੈਟੀ ਹੁੰਦਾ ਜਾਏਗਾ, ਟਰਾਈਗਲਾਈਸਰਾਈਡਸ ਵੱਧ ਜਾਣਗੇ। ਇਸ ਤਰ੍ਹਾਂ ਉਹਨੇ ਉਹ ਮੈਨੇਜ ਕਰਨਾ। ਜੇ ਬਾਰ-ਬਾਰ ਕੋਰਟੀਸੋਲ ਹਾਰਮੋਨ ਰਿਲੀਜ਼ ਹੋ ਰਿਹਾ, ਲੌਂਗ ਟਰਮ ਹੋ ਰਿਹਾ, ਅਤੇ ਸਾਡਾ ਸਲੀਪ ਸਾਈਕਲ ਡਿਸਟਰਬ ਹੋ ਜਾਂਦਾ, ਸਾਡੀਆਂ ਲੋਅਰ ਲੈਗਸ ਦਰਦ ਕਰਨ ਲੱਗ ਜਾਂਦੀਆਂ ਨੇ, ਅਤੇ ਅਦਰ ਕੰਪਲਿਕੇਸ਼ਨ ਜਿਹੜੀ ਆ ਸਾਡੀਆਂ ਆਰਟਰੀਜ਼ ਜਿਹੜੀਆਂ ਨੈਰੋ ਹੁੰਦੀਆਂ ਜਾਂਦੀਆਂ ਨੇ। ਹੋਰ ਜਿਹੜਾ ਸਾਡਾ ਸਟੋਮਿਕ ਹੈਗਾ ਉੱਥੇ ਜਿਹੜਾ ਐਸਿਡ ਰਿਫਲੈਕਸ ਹੋਣ ਲੱਗ ਜਾਂਦਾ ਹੈ, ਉਹ ਵੀ ਐਸਟਿਕ ਹੋ ਜਾਂਦਾ ਵਾ, pH ਗ੍ਰਾਫ ਘੱਟ ਜਾਂਦਾ ਵਾ, ਅਤੇ ਉਹਦੇ ਨਾਲ ਮਲਟੀਪਲ ਕੰਪਲਿਕੇਸ਼ਨ ਜਿਹੜੀਆਂ ਵਾ, ਸਾਡਾ એનર્ਜੀ ਗ੍ਰਾਫ ਜਿਹੜਾ ਵਾ ਉਹ ਘੱਟ ਜਾਂਦਾ ਹੈਗਾ। ਮਤਲਬ ਬਲੱਡ ਪ੍ਰੈਸ਼ਰ ਦੀ ਕੰਪਲਿਕੇਸ਼ਨ ਉਹ ਤੋਂ ਅਸੈਂਸ਼ੀਅਲ ਜਾਂ ਅਦਰ ਹਾਈਪਰਟੈਂਸ਼ਨਸ ਜਿਹੜੀਆਂ ਉਹ ਆ ਜਾਂਦੀਆਂ ਨੇ। ਇਹਦਾ ਕਾਰਨ ਹੁੰਦਾ ਜੀ। ਦਰਸ਼ਕੋ, ਹੁਣ ਆਪਾਂ ਚੱਲਦੇ ਹਾਂ ਨਿਵਾਰਨ ਵਾਲੇ ਪਾਸੇ।
ਕਾਰਨ ਡਾਕਟਰ ਸਾਹਿਬ ਨੇ ਦੱਸਦੇ। ਡਾਕਟਰ ਸਾਹਿਬ ਦਾ ਨਿਵਾਰਨ ਕੀ ਹੈ ਫਿਰ ਮਿਲਟਸ ਦੇ ਨਾਲ? ਕਿਵੇਂ ਫਿਰ ਤੁਸੀਂ ਕਹਿੰਦੇ ਹੋ ਕਿ ਜੇ ਬੰਦਾ ਮਿਲਟਸ ਲੈਣ ਲੱਗ ਜਾਵੇ, ਸੁਬਾਹ ਦਾ ਬ੍ਰੇਕਫਾਸਟ ਆ ਜਿਹੜਾ ਉਹ ਪਰੌਂਠਿਆਂ ਦੀ ਥਾਂ ਦੇ ਉੱਤੇ ਮਿਲਟਸ ਦੇ ਨਾਲ ਅਟੈਚ ਕਰਕੇ ਖਿਚੜੀ ਉਹਦੀ ਮਿਲਟਸ ਦੀ, ਜਾਂ ਮਿਲਟਸ ਦਾ ਦਲੀਆ ਜਾਂ ਪੋਹਾ ਮਿਲਟਸ ਦਾ, ਕੀ ਕਹਿਣਾ ਚਾਹੋਗੇ ਕਿ ਚੀਜ਼ਾਂ ਉਹੀ ਆ, ਭੁੱਖ ਤੁਹਾਡੀ ਮਿਟੂਗੀ, ਨਮਕੀਨ ਚੀਜ਼ਾਂ ਤੁਹਾਨੂੰ ਅਸੀਂ ਖਵਾਵਾਂਗੇ, ਲੇਕਿਨ ਕਣਕ ਅਤੇ ਚੌਲਾਂ ਨੂੰ ਛੱਡ ਕੇ ਆ 5 ਜਿਹੜੀਆਂ ਕੰਗਣੀ, ਕੁਟਕੀ, ਕੋਦਰਾ, ਸਵਾਕ ਅਤੇ ਹਰੀ ਕੰਗਣੀ, ਦਰਸ਼ਕੋ ਸਭ ਤੋਂ ਵੱਡੀ ਗੱਲ ਹੈ ਕਿ 5 ਇਹ ਮਿਲਟਸ ਨੇ ਅਸਲੀ ਜਿਹੜੇ ਮਿਲਟਸ ਨੇ, ਪੋਜ਼ੀਟਿਵ ਗ੍ਰੇਨਸ ਜਿਹੜੇ ਮੀਡੀਅਮ ਆ, ਜਿਹਨਾਂ 'ਚ ਕੋਈ ਨੁਕਸਾਨ ਜਾਂ ਫਾਇਦਾ ਨਹੀਂ, ਉਹ ਵੀ ਗ੍ਰੇਨਸ ਹੈਗੇ, ਲੇਕਿਨ ਇਹ ਜਿਹੜੇ ਹੈਗੇ ਨੇ 5 ਇਹ ਪੋਜ਼ੀਟਿਵ ਗ੍ਰੇਨਸ ਨੇ, ਜਿਨ੍ਹਾਂ ਦਾ ਜਿਹੜਾ ਸਾਰਾ ਦਾਰੋਮਦਾਰ ਔਰ ਜਿਨ੍ਹਾਂ ਨੂੰ ਡਾਕਟਰ ਸਾਹਿਬ ਬੰਦੇ ਨੂੰ ਢੰਗ ਵੀ ਦੱਸਦੇ ਆ ਵੀ ਕਿਵੇਂ ਬਣਾਉਣੇ ਆ ਤੁਸੀਂ। ਕਿਉਂਕਿ ਅਸੀਂ ਜਦੋਂ ਮਿਲਟਸ ਲੈ ਜਾਂਦੇ ਆ ਸਾਨੂੰ ਉਹ ਲੱਗਦਾ ਵੀ ਅਸੀਂ ਘੰਟਾ, 1.5 ਘੰਟਾ, 2 ਘੰਟਾ ਭਿਉਂ ਲੈਂਦੇ ਆ ਬੁੜੀਆਂ ਸਾਡੀਆਂ, ਅਤੇ ਫਿਰ ਸਾਡੇ ਤੋਂ ਤਾਂ ਬਣਦਾ ਨਹੀਂ ਉਹ ਚੀਜ਼। ਅਤੇ ਜਦੋਂ ਆਪਾਂ ਡਾਕਟਰ ਸਾਹਿਬ ਦੀ ਸਲਾਹ ਲੈ ਕੇ ਮੈਡਮ ਦੇ ਨਾਲ ਅਟੈਚ ਕਰਕੇ, ਡਾਕਟਰ ਸਾਹਿਬ ਦੀ ਵਾਈਫ ਜਿਹੜੇ ਗਿਆਤਾ ਨੇ ਇਹਨਾਂ ਚੀਜ਼ਾਂ ਦੇ ਉੱਤੇ ਬਣਾਉਣ ਦੇ, ਕਿਉਂਕਿ ਬਹੁਤ ਵਧੀਆ ਉਹਨਾਂ ਦਾ ਹੈਂਡ ਹੈ ਇਸ ਚੀਜ਼ ਦੇ ਵਿੱਚ, ਜਦੋਂ ਤੁਸੀਂ ਡਾਕਟਰ ਸਾਹਿਬ ਦੇ ਅਕੋਰਡਿੰਗਲੀ ਬਣਾਉਂਦੇ ਹੋ ਚੀਜ਼ਾਂ, ਤੁਹਾਨੂੰ ਟੇਸਟੀ ਵੀ ਲੱਗਣਗੀਆਂ ਔਰ ਉਹਦੇ ਵਿੱਚ ਨਰਮੀ ਵੀ ਆਏਗੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਸ਼ੂਗਰ ਦਾ ਨਿਵਾਰਨ ਜਿਹੜਾ ਹੈਗਾ ਉਹ ਮਿਲਟਸ ਦੇ ਨਾਲ ਹੈਗਾ, ਕੀ ਕਹਿਣਾ ਚਾਹੋਗੇ? ਸਾਡੇ ਦਰਸ਼ਕਾਂ ਨੂੰ ਵਿਸਥਾਰ 'ਚ ਸਮਝਾਓ। ਹਾਂ, ਯੈਸ ਜੀ, ਮਤਲਬ ਇਹਦਾ ਨਿਵਾਰਨ ਜਿਹੜਾ ਕਿ ਬਿਲਕੁਲ ਮਿਲਟਸ ਤੇ ਸ਼ੂਗਰ ਦਾ ਹੈਗਾ। ਆਮ ਤੌਰ 'ਤੇ ਸ਼ੂਗਰ ਅਸੀਂ ਜਿਹੜੀ ਪਿਲਸ 'ਤੇ ਹੁੰਦੀ ਮੈਟਫੋਰਮਿਨ ਪਿਲਸ ਹੁੰਦੀਆਂ ਜਿਹੜੀਆਂ, ਉਹ ਕਰੀਬਨ ਅਸੀਂ ਜਿਹੜੀ ਸ਼ੂਗਰ ਦੀਆਂ ਪਿਲਸ ਨੇ 3 ਤੋਂ 4 ਦਿਨ ਦੇ ਵਿੱਚ ਰਿਵਰਸ ਹੋ ਜਾਂਦੀਆਂ। ਇਨਸੂਲਿਨ ਨੂੰ ਕਰੀਬਨ 10 ਡੇਜ਼ ਲੱਗਦੇ। ਜੋ ਸਾਡੀ ਜੋ ਐਸਟੀਮੇਟਰ ਐਵਰੇਜ ਜਿਹੜੀ ਆ ਰਹੀ ਹੈ, ਜਿਹੜੇ ਹਜ਼ਾਰਾਂ ਇਹ ਪੇਸ਼ੈਂਟ ਜਿਹੜੇ ਇਹਦੇ ਨਾਲ ਠੀਕ ਹੋ ਰਹੇ ਨੇ, ਮੈਂ ਉਹਨਾਂ ਦੇ ਆਧਾਰ 'ਤੇ ਗੱਲ ਕਰ ਰਿਹਾ ਹੈਗਾ। ਮਤਲਬ ਠੀਕ ਹੋਣ ਤੋਂ ਭਾਵ ਉਹਨਾਂ ਦੇ ਇਸ ਫੂਡ ਦੇ ਨਾਲ ਜਿਹੜੀ ਇਹ ਕੰਪਲਿਕੇਸ਼ਨ ਹੈਲਥ ਇਸ਼ੂ ਹੁੰਦਾ ਵਾ, ਇਹ ਰਿਵਰਸ ਹੋ ਜਾਂਦਾ। ਪਿਲਸ ਉਹਨਾਂ ਦੀਆਂ ਜਿਹੜੀਆਂ ਉਹ ਬੰਦ ਹੋ ਜਾਂਦੀਆਂ ਨੇ। ਅਤੇ ਇਹ ਕਿਵੇਂ ਹੁੰਦੀਆਂ ਨੇ? ਜਿਹੜਾ ਇਹ ਫੂਡ ਹੈਗਾ ਵਾ, ਜਿਹੜੇ ਇਹ ਗ੍ਰੇਨ ਹੈਗੇ ਨੇ, ਮਤਲਬ ਕਿ ਇਹਨਾਂ ਦੀ ਜਿਹੜੀ ਕਾਰਬੋਹਾਈਡਰੇਟਸ ਟੂ ਫਾਈਬਰ ਰੇਸ਼ੋ ਆ, ਉਹ 8:1 ਤੋਂ ਵੀ ਘੱਟ ਹੈਗੀ ਆ। ਮਤਲਬ 8:1 ਤੋਂ ਭਾਵ ਆ 8 ਕਾਰਬੋਹਾਈਡਰੇਟਸ ਪਿੱਛੇ 1 ਫਾਈਬਰ ਆ। ਹਾਰਵਰਡ ਯੂਨੀਵਰਸਿਟੀ ਅਮਰੀਕਾ ਦੇ ਵਿੱਚ ਜਿਹੜੀ ਰਿਸਰਚ ਹੋਈ 2020 ਦੇ ਵਿੱਚ, ਉਹਦੇ 'ਚ ਉਹਨਾਂ ਨੇ ਕਿਹਾ ਸੀ ਐਕਚੁਅਲ ਹੋਲ ਗ੍ਰੇਨ ਕਹਿੰਦੇ ਕਿਹਨੂੰ ਨੇ, ਹੋਲ ਗ੍ਰੇਨ ਕੀ ਹੁੰਦੇ ਨੇ, ਇਹਦੇ ਕੀ ਬੈਨੀਫਿਟਸ ਨੇ ਹਿਊਮਨ ਬੋਡੀ ਵਾਸਤੇ, ਕਿਹੜਾ ਗ੍ਰੇਨ ਅੱਛਾ ਹੈ। ਉਹਨਾਂ ਨੇ ਇਸ ਦੇ ਵਿੱਚ ਇਹ ਕਿਹਾ ਹੈਗਾ ਕਿ ਸਾਡੀ ਜਿਹੜੀ ਕਾਰਬੋਹਾਈਡਰੇਟਸ ਟੂ ਫਾਈਬਰ ਰੇਸ਼ੋ ਆ, ਉਹ 10:1 ਤੋਂ ਘੱਟ ਨਹੀਂ ਹੋਣੀ ਚਾਹੀਦੀ ਜਿਹੜਾ ਹਿਊਮਨ ਗ੍ਰੇਨ ਖਾਂਦਾ ਹੈ। ਅਤੇ ਉਹ ਜਿਹੜੇ ਗ੍ਰੇਨ ਨੇ ਇਹਦੀ ਰੇਸ਼ੋ ਤੁਹਾਨੂੰ ਮੈਂ ਦੱਸ ਚੁੱਕਿਆ ਕਿ 8:1 ਤੋਂ ਵੀ ਘੱਟ, 8 ਕਾਰਬਸ ਪਿੱਛੇ 1 ਜਿਹੜਾ ਵਾ ਉਹ 1% ਫਾਈਬਰ ਹੈਗਾ। ਜੇ ਤੁਸੀਂ ਵੀਟ ਦੀ ਗੱਲ ਕਰੋ ਅਤੇ ਉਹਦੀ ਰੇਸ਼ੋ ਕਾਰਬੋਹਾਈਡਰੇਟਸ ਟੂ ਫਾਈਬਰ ਰੇਸ਼ੋ ਆ, ਉਹ 63.51 ਦੀ ਆ। 63.5 ਉਹ 'ਚ ਕਾਰਬੋਹਾਈਡਰੇਟਸ ਨੇ ਅਤੇ 1 ਫਾਈਬਰ ਆ। ਚਾਵਲਾਂ ਦੀ ਗੱਲ ਕਰੋ 395 ਦੀ ਆ, ਉਹ 'ਚੋਂ 395 ਉਹ 'ਚ ਕਾਰਬੋਹਾਈਡਰੇਟਸ ਨੇ ਅਤੇ 1 ਫਾਈਬਰ ਆ। ਇਸ ਕਰਕੇ ਉਹ ਹਿਊਮਨ ਬੋਡੀ ਵਾਸਤੇ ਦੋਨੋਂ ਗ੍ਰੇਨ ਸੁਟੇਬਲ ਨਹੀਂ ਹੈਗੇ। ਸ਼ੂਗਰ ਗ੍ਰਾਫ ਉਹਨਾਂ ਦੇ ਨਾਲ ਬਲੱਡ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦਾ ਹੈ। ਉਹਦੇ ਕਾਰਨ ਇਹ ਜਿਹੜੀਆਂ ਕੰਪਲਿਕੇਸ਼ਨ ਡਾਇਬਟਿਕ 2 ਦੇ ਵਿੱਚ ਜਿਹੜੇ ਆ ਪੇਸ਼ੈਂਟ ਚਲੇ ਜਾਂਦੇ ਨੇ, ਵਿਅਕਤੀ ਚਲੇ ਜਾਂਦੇ ਨੇ। ਅਤੇ ਉਹਦੇ ਕਾਰਨ ਜਦੋਂ ਉਹ ਕਣਕ ਨਹੀਂ ਛੱਡਦੇ, ਉਹ ਕੰਪਲਿਕੇਸ਼ਨਸ ਹੋਰ ਵੀ ਜਿਹੜੀਆਂ ਜਾ ਕੇ ਅੱਗੇ ਮੁਸ਼ਕਲਾਂ ਕ੍ਰੀਏਟ ਕਰਦੀਆਂ, ਜਿਵੇਂ ਕਿ ਫਿਟ ਬਰਨਿੰਗ ਹੋਣੀ, ਅਦਰ ਜਿਹੜੀਆਂ ਲੋਅਰ ਲੈਗਸ ਦੀ ਪੇਨ ਕਰਨੀ, ਉਹਨਾਂ ਦਾ ਨਰਵਸ ਸਿਸਟਮ ਵੀ ਥੋੜ੍ਹਾ ਜਿਹੜਾ ਉਹ ਡਿਸਆਰਡਰ ਹੋ ਜਾਂਦਾ, ਸਟ੍ਰੈਸ ਹਾਰਮੋਨਸ ਵੱਧ ਜਾਂਦੇ ਨੇ। ਹੋਰ ਵੀ ਅਦਰ ਸੈਕੰਡਰੀ ਕੰਪਲਿਕੇਸ਼ਨ ਜਿਹੜੀਆਂ ਵਾ ਹਾਈ ਬਲੱਡ ਪ੍ਰੈਸ਼ਰ ਨਾਲ, ਹਾਰਟ ਨਾਲ ਸੰਬੰਧਿਤ, ਕਿਡਨੀ ਨਾਲ ਸੰਬੰਧਿਤ, ਆਈਜ਼ ਦੇ ਨਾਲ ਸੰਬੰਧਿਤ, ਉਹ ਵੀ ਕਈ ਵਾਰ ਆ ਜਾਂਦੀਆਂ। ਬਹੁਤ ਪੇਸ਼ੈਂਟਸ ਨੂੰ ਆਈਜ਼ ਦੀ ਪ੍ਰੋਬਲਮ ਆ ਜਾਂਦੀ ਆ, ਜਾਂ ਅਦਰ ਹਾਰਟ ਨਾਲ ਸੰਬੰਧਿਤ ਆ ਜਾਂਦੀਆਂ ਨੇ। ਉਹੀ ਇਹ ਕਿ ਗਲੂਕੋਜ਼ ਬਲੱਡ ਦੇ ਵਿੱਚ ਲਗਾਤਾਰ ਵੱਧਦਾ ਜਾਂਦਾ ਹੈ, ਅਤੇ ਉਹਦਾ ਕਾਰਨ ਕਣਕ ਅਤੇ ਚੌਲ ਹੈਗੇ ਨੇ, ਜਿਹੜੇ ਕਿ ਅਸੀਂ ਉਹ ਨਹੀਂ ਖਾਣ ਦਿੰਦੇ। ਸਵੇਰੇ ਅਸੀਂ ਮਾਰਨਿੰਗ ਜਿਹੜਾ ਹੈਗਾ ਉਹਦੇ ਵਿੱਚ ਕੁਝ ਸਮਾਂ ਫਰੂਟਸ ਰੱਖਦੇ ਹਾਂ। ਉਸ ਤੋਂ ਬਾਅਦ ਅਸੀਂ ਮਿਲਟਸ 'ਤੇ ਹੀ ਕਹਿੰਦੇ ਹਾਂ ਕਿ ਉਹ 2 ਡੇ ਈਚ ਮਿਲਟ ਖਾਣਾ ਹੁੰਦਾ। ਉਹ ਇੱਕ ਪ੍ਰੋਪਰ ਅਸੀਂ ਸਾਈਕਲ ਬਣਾ ਦਿੰਦੇ ਹਾਂ। ਅਤੇ ਇਹਦੇ ਨਾਲ ਜਿਹੜਾ ਅਸੀਂ ਅਨੇਕਾਂ ਜਿਹੜੇ ਹੈਗੇ ਨੇ, ਜਿੰਨੇ ਵੀ ਪੇਸ਼ੈਂਟਸ ਆਉਂਦੇ ਨੇ, ਕਰੀਬਨ ਜੇ ਉਹ ਲਗਾਤਾਰ ਇਵੇਂ ਖਾ ਰਹੇ ਨੇ, ਇਸ ਭੋਜਨ 'ਤੇ ਨੇ, ਅਤੇ ਉਹਨਾਂ ਨੂੰ 3 ਤੋਂ 4 ਦਿਨ ਦੇ ਵਿੱਚ ਉਹਨਾਂ ਦੀ ਸ਼ੂਗਰ ਜਿਹੜੀ ਆ
ਉਹ ਰਿਵਰਸ ਹੋ ਜਾਂਦੀ ਆ। ਉਹਨਾਂ ਦੀਆਂ ਜਿਹੜੀ ਟੈਬਲੇਟਸ ਜਿਹੜੀਆਂ ਵੀ ਹੁੰਦੀਆਂ 3 ਤੋਂ 4 ਦਿਨ ਦੇ ਵਿੱਚ ਬੰਦ ਹੋ ਜਾਂਦੀਆਂ ਨੇ। ਇਹਦੇ ਵਿੱਚ ਮੇਰੇ ਕੋਲ 72 ਸਾਲ ਦੇ ਵਿਅਕਤੀ ਵੀ ਹੈਗੇ ਆ ਜਿਹੜੇ ਮਤਲਬ ਜਿਨ੍ਹਾਂ ਦੀ ਇਹ ਟੈਬਲੇਟਸ ਬੰਦ ਹੋਈਆਂ ਨੇ ਤੇ ਹੁਣ ਉਹ ਇਸੇ ਫੂਡ ਤੇ ਨੇ, ਉਹ ਕੋਈ ਨਹੀਂ ਲੈਂਦੇ। ਉਹ ਇਨਸੂਲਿਨ ਤੇ ਸੀਗੇ, 3 ਟਾਈਮ ਇਨਸੂਲਿਨ ਲੈਂਦੇ ਸੀਗੇ, ਉਹ ਬੰਦ ਹੋ ਗਿਆ। ਹੋਰ ਪਟਿਆਲਾ ਤੋਂ ਨੇ ਇੱਕ ਹਰਵਿੰਦਰ ਸਿੰਘ ਹੁਣੀ, ਉਹਨਾਂ ਦਾ ਬੰਦ। ਬਹੁਤ ਵਿਅਕਤੀ ਨੇ, ਜੇ ਮੈਂ ਐਵੇਂ ਨਾਮ ਗਿਣ ਲੱਗਿਆ ਤੇ ਬਹੁਤਾ ਸਮਾਂ ਇੱਥੇ ਹੀ ਲੰਘ ਜਾਏਗਾ। ਹਾਈ ਬਲੱਡ ਪ੍ਰੈਸ਼ਰ ਨੂੰ ਜਿਹੜਾ 10 ਡੇਜ਼ ਲੱਗਦੇ ਨੇ, ਥਾਇਰੋਇਡ ਨੂੰ ਜਿਹੜਾ ਹੈਗਾ ਵਾ ਉਹਨੂੰ ਕਰੀਬਨ 4 ਤੋਂ 6 ਮੰਥ ਲੱਗਦੇ ਨੇ, ਹਾਈਪੋ ਜਾਂ ਹਾਈਪਰ ਦੋਨਾਂ ਦੇ ਵਾਸਤੇ ਹੀ। ਐਂਡ ਜਿਹੜੀ ਹਾਰਟ ਬਲੌਕੇਜ ਹੈਗੀ ਆ, ਕੋਈ ਵੀ ਅਦਰ ਕੰਪਲਿਕੇਸ਼ਨ ਹੈਗੀ ਆ, ਉਹਨਾਂ ਨੂੰ ਵੀ ਕਰੀਬਨ 4 ਤੋਂ 6 ਮਹੀਨੇ ਲੱਗਦੇ ਨੇ। ਤੇ ਇਸ ਤਰ੍ਹਾਂ ਹਰੇਕ ਤਰ੍ਹਾਂ ਦੀ ਜਿਹੜਾ ਹੈਲਥ ਇਸ਼ੂ ਹੈਗਾ ਵਾ ਉਹ ਇਹਨਾਂ ਮਿਲਟਸ ਦੇ ਨਾਲ, ਇਨ ਗ੍ਰੇਨਸ ਦੇ ਨਾਲ ਜਿਹੜਾ ਹੈਗਾ ਵਾ ਉਹ ਰਿਵਰਸ ਹੋ ਜਾਂਦਾ ਜੀ। ਤੇ ਵਿਅਕਤੀ ਜਿਹੜਾ ਵਾ ਉਹ ਬੜਾ ਖੁਸ਼ਹਾਲ ਜੀਵਨ ਬਤੀਤ ਕਰਦਾ। ਉਹਦਾ ਜਿਹੜਾ ਸਟ੍ਰੈਸ ਹਾਰਮੋਨਸ ਆ ਉਹ ਘਟ ਜਾਂਦੇ। ਫੂਡ ਜਿਹੜਾ ਜੰਕ ਫੂਡ ਖਾਵਾਂਗੇ, ਸਟ੍ਰੈਸ ਹਾਰਮੋਨਸ ਸਾਡੇ ਵਧਣਗੇ। ਜੇ ਲਿਵਿੰਗ ਫੂਡ ਖਾਵਾਂਗੇ, ਨੈਚੁਰਲ ਫੂਡ ਖਾਵਾਂਗੇ ਜਿਵੇਂ ਮਿਲਟਸ ਨੇ, ਤੇ ਦੈਨ ਸਾਡਾ ਜਿਹੜਾ ਫੂਡ ਆ ਸਾਨੂੰ ਸ਼ਾਂਤ ਕਰਦਾ, ਸਾਡਾ ਜਿਹੜਾ ਵਾ ਸਟ੍ਰੈਸ ਹਾਰਮੋਨ ਘਟਾ ਦਿੰਦਾ। ਬਾਕੀ ਇਹ ਲਿਗਨਨ ਲੋਡਡ ਹੈਗਾ, ਮੈਂ ਪਹਿਲੀਆਂ ਵੀਡੀਓਜ਼ 'ਚ ਵੀ ਦੱਸਿਆ। ਲਿਗਨਨ ਐਂਟੀਵਾਇਰਲ, ਐਂਟੀ ਕੈਂਸਰ, ਐਂਟੀਆਕਸੀਡੈਂਟ ਹੁੰਦੇ ਆ। ਐਂਟੀਆਕਸੀਡੈਂਟ ਜਿੰਨੇ ਵੀ ਉਹਨਾਂ ਨੂੰ ਇਹ ਫ੍ਰੀ ਰੈਡੀਕਲਸ ਨੂੰ ਆ ਨਿਊਟਰਲ ਕਰ ਦਿੰਦੇ ਨੇ ਇਹ ਐਂਟੀਆਕਸੀਡੈਂਟਸ। ਉਹ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਪ੍ਰੋਪਰਟੀ ਜਿਹੜੀ ਆ ਸੁਟੇਬਲ ਆ। ਐਂਟੀ ਏਜਿੰਗ ਆ, ਇਹ ਰਿੰਕਲਸ ਨੂੰ ਡਿਲੇ ਕਰ ਦਿੰਦਾ। ਬਾਕੀ ਮੇਲ ਜਿਹੜਾ ਹਾਰਮੋਨ ਹੈਗਾ ਟੈਸਟੋਸਟੀਰੋਨ ਆ, ਉਹਨੂੰ ਇਹ ਬੂਸਟ ਕਰਦਾ। ਐਸਟ੍ਰੋਜਨ ਗ੍ਰਾਫ ਜਿਹੜਾ ਫੀਮੇਲ ਹਾਰਮੋਨ ਹੈਗਾ ਵਾ, ਜਿਹਦੇ ਕਾਰਨ ਜਿਹੜਾ ਸੋਇਆਬੀਨ ਤੋਂ ਕਈ ਵਾਰ ਹਿਊਮਨ 'ਚ ਵੱਧ ਜਾਂਦਾ ਫੀਮੇਲ ਦੇ ਵਿੱਚ, ਜਾਂ ਸਾਡੀਆਂ ਬੱਚੀਆਂ ਨੂੰ ਮਿਲਕ ਤੋਂ, ਉਹਦੇ ਨਾਲ ਐਸਟ੍ਰੋਜਨ ਗ੍ਰਾਫ ਜਦੋਂ ਵੱਧਦਾ ਉਹਦੇ ਨਾਲ ਜਿਹੜਾ ਬੱਚੀਆਂ ਦਾ 8 ਸਾਲ ਦੀਆਂ ਦਾ ਉਹਨਾਂ ਦਾ ਪੀਰੀਅਡ ਸਾਈਕਲ ਜਿਹੜਾ ਉਹ ਸ਼ੁਰੂ ਹੋ ਜਾਂਦਾ। ਉਹਨੂੰ ਇਹ ਮੈਨੇਜ ਕਰ ਦਿੰਦਾ ਐਸਟ੍ਰੋਜਨ ਹਾਰਮੋਨ ਨੂੰ, ਜਿਹੜਾ फीमेल हार्मोन हैगा, और हर तरह की कॉम्प्लिकेशन रिवर्स कर देता जी। अभी हम बात कर रहे हैं एक ऐसे बच्चे के साथ जो खुद भी न्यूट्रिशन का कोर्स कर रहा है और मिल्ट के साथ जिन्होंने एक रिकॉर्ड तोड़ जो है काम किया है। 18 किलो वेट केवल मिल्ट्स खाने के साथ, और 18 किलो वेट इन्होंने लूज़ किया है। बात करते हैं मैडम के साथ जो राजस्थान के हैं। नमस्कार, मैं ये कहना चाहती हूँ कि मेरा वेट काफ़ी ज़्यादा था जब मेरी प्रेगनेंसी के बाद में ज़्यादा ही हो गया था। उसके बाद मैंने अपना वेट है ना 47 कर लिया था। मेरा 65 63 इतना चला गया था वेट। और मैंने दिन में 3 टाइम मिलेट्स लिए थे। लेकिन मिलेट्स ऐसे नहीं है कि ये बोरिंग चीज़ है, ऐसा कुछ नहीं है। इससे आप लड्डू भी बना सकते हो, इससे आप मतलब आटा भी बना सकते हो, इससे आप खीर भी बना सकते हो। और तो और अगर जी जैसे लोगों को बंद कर देते हैं राइस वगैरह, और तो आप राइस की बजाय अगर मिलेट यूज़ करेंगे तो एकदम राइस का सही टेस्ट देता है। जो साउथ में जो रेसिपी होती है, इडली हो गया, सांभर हो गया, वो भी सारी चीज़ें बनती है मिलेट से। उसके अलावा अगर आप कोल्ड प्रेस्ड ऑयल यूज़ करते हो तो वो और भी ज़्यादा बेटर है। बस मुझे इतना ही कहना था। और मैंने मिलेट से अपना साइनस भी ठीक किया है। मुझे सारी रात सांस नहीं आती थी, और मुझे एनी टाइम एलर्जी थी, एनी टाइम जुकाम था। मैंने एलोपैथिक, मतलब एलोपैथिक, होम्योपैथिक सारी दवाइयाँ ली थी, पर कोई बेनिफिट नहीं हुआ था। जितने दिन मेडिसिन चलती थी उतने दिन ठीक था, पर जैसे मेडिसिन बंद होती थी वही हालत थी। फिर मैंने मिलेट्स पे अपना ध्यान दिया और थोड़ा सा खाने पीने में चेंजेस किया। और मिलेट्स के अलावा मैंने और कुछ नहीं खाया। उसमें कभी वेजिटेबल डाल के खाई, कभी उसका हलवा बना के खाया, कभी कुछ बना के खाया। तो अब एट ए टाइम एकदम ठीक है। और उल्टी ये है कि हाँ, मुझे अब मिठाई भी इसी की पसंद है, काफ़ी अच्छी बनती है। आप भी ट्राई कीजिएगा। ऐसा की कहना चाहोगे कि ਉਹਦੇ ਨਾਲ ਜਿਹੜੇ ਮਿਲਟਸ ਤੁਸੀਂ ਵੀ ਖਾਂਦੇ ਹੋ, ਜਿਹੜਾ ਤੁਸੀਂ ਹੁਣ ਆਪ ਸਵਸਥ ਰਹਿ ਰਹੇ ਹੋ ਕਿਵੇਂ? ਦੇਖੋ ਆ ਲਿਆ ਕੇ ਇਹ ਕੂਦਰਾ ਹੈ ਜੀ, ਇਹ ਕੂਦਰਾ ਵਾ, ਇਹ ਹੁਣ 6 ਤੋਂ 8 ਘੰਟੇ ਵਾਸਤੇ ਇਹਨੂੰ ਸੋਕ ਕੀਤਾ ਹੈਗਾ ਵਾ। ਤੇ ਇਹ ਕਰੀਬਨ ਹੁਣ ਅਸੀਂ ਰਾਤਰੀ ਜਿਹੜਾ ਸਾਡਾ ਭੋਜਨ ਆ, ਡਿਨਰ ਆ, ਇਹਦੇ ਨਾਲ ਹੀ ਆ। ਮਤਲਬ ਕਿਸੇ ਵੀ ਅਸੀਂ ਦਾਲ ਸਬਜ਼ੀ ਦੇ ਨਾਲ, ਕਿਸੇ ਵੀ ਜਿਹੜੀ ਘਰ ਦਾਲ ਸਬਜ਼ੀ ਸਾਡੇ ਬਣੀ ਹੈ ਉਹਦੇ ਨਾਲ ਅਸੀਂ ਇਹਨੂੰ ਖਾ ਲੈਣਾ। ਇਹਨੂੰ ਉਬਾਲੋਗੇ ਹਲੇ? ਯੈਸ, ਇਹਨੂੰ ਉਬਾਲਣਾ ਜੀ। ਇਹ ਕਰੀਬਨ 10 ਤੋਂ 15 ਮਿੰਟ ਦੇ ਵਿੱਚ ਸਿਮ ਫਲੇਮ ਤੇ ਇਹਨੂੰ ਉਬਾਲੀਦਾ ਹੈਗਾ, 10 ਤੋਂ 15 ਮਿੰਟ ਦੇ ਵਿੱਚ। ਤੇ ਇਹ ਬਹੁਤ ਵਧੀਆ। ਇਹਦੇ ਚਾਵਲ ਜਦੋਂ 10 ਮਿੰਟ ਦੇ ਵਿੱਚ ਇਹ ਉਬਲ ਜਾਂਦੇ, ਜੋ ਬਬਲ ਬਣ ਲੱਗ ਜਾਂਦੇ ਨੇ, ਫਿਰ ਅਸੀਂ ਜਿਹੜੀ ਫਲੇਮ ਆ ਥੱਲੇ ਬੰਦ ਕਰ ਦਿੰਦੇ ਆ ਤੇ ਇਹਨੂੰ 2-4 ਮਿੰਟ ਵਾਸਤੇ ਦਮ ਦਵਾਉਂਦੇ ਆ। ਦਮ ਦਵਾਉਣ ਤੋਂ ਬਾਅਦ ਇਹ ਜਦੋਂ ਪੱਕ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਕਿਸੇ ਵੀ ਜਿਹੜੀ ਘਰੇ ਦਾਲ ਸਬਜ਼ੀ ਬਣੀ ਹੈਗੀ ਆ ਉਹਦੇ ਨਾਲ ਖਾ ਲੈਂਦੇ ਆ। ਇਹ ਡਿਨਰ ਹੁੰਦਾ ਸਾਡਾ।